वीडियो लैसन देख रहे सारे स्टूडेंट्स ਨੂੰ ਮੇਰੇ ਵੱਲੋਂ ਜਾਨੀ ਕਿ ਰਾਜਵਿੰਦਰ ਸਿੰਘ ਵੱਲੋਂ ਸਤਿ ਸ਼੍ਰੀ ਅਕਾਲ। ਇਹ ਵੀਡੀਓ 10ਵੀਂ ਕਲਾਸ ਦੇ ਵਿਦਿਆਰਥੀਆਂ ਦੇ ਲਈ ਹੈ। 10th ਕਲਾਸ ਦਾ 3rd ਚੈਪਟਰ ਹੈ ਸਾਡੇ ਕੋਲ ਦੋ ਚਲਾਂ ਵਾਲੇ ਰੇਖੀ ਸਮੀਕਰਨਾਂ ਦੇ ਜੋੜੇ ਲੀਨੀਅਰ ਇਕੁਏਸ਼ਨਸ ਇਨ ਟੂ ਵੇਰੀਏਬਲਸ। ਇਹਦੀ ਅਭਿਆਸ 3.6 ਜਿਹੜੀ ਸਾਡੇ ਕੋਲ ਹੈ ਉਹਦੇ ਸਵਾਲ ਅਸੀਂ ਅੱਜ ਇਸ ਵੀਡੀਓ ਦੇ ਵਿੱਚ ਸਮਝਾਂਗੇ। ਠੀਕ ਹੈ, तो आओ देखते हैं। सब तो पहला प्रश्नावली 3.6। सो 3.6 ਐਕਸਰਸਾਈਜ਼ ਦੇ ਕੁਐਸਚਨ ਤੁਸੀਂ ਦੇਖ ਸਕਦੇ ਹੋ। ਅੱਗੇ ਦਿੱਤੇ ਸਮੀਕਰਨ ਜੋੜਿਆਂ ਨੂੰ ਰੇਖੀ ਸਮੀਕਰਨਾਂ ਦੇ ਵਿੱਚ ਬਦਲ ਕੇ ਹੱਲ ਕਰੋ। ਠੀਕ ਹੈ, ਤੋ ਇਹਦੇ ਵਿੱਚ ਸਾਡੇ ਕੋਲ ਫਰਕ ਹੈ। ਜਿਹੜੇ ਪਹਿਲਾਂ ਵਾਲੇ ਸਾਨੂੰ ਸਵਾਲ ਦਿੱਤੇ ਸੀ ਉਹਦੇ ਵਿੱਚ ਜਿਹੜਾ x + y = 2 ਟਾਈਪ ਕੁਝ ਹੁੰਦਾ ਸੀ, ਬਟ ਇਹਦੇ ਵਿੱਚ 1/x 1/y ਹੈ। ਜਾਂ ਦੂਜੇ ਸਵਾਲ ਵਿੱਚ ਸਾਡੇ ਕੋਲ 1/वर्गमूल x 1/वर्गमूल y ਹੈ। ਜਾਂ ਤੁਸੀਂ ਦੇਖ ਸਕਦੇ ਹੋ 1/x - 1 ਹੈ, 5/x - 1 ਹੈ। ਠੀਕ ਹੈ, ਜਾਂ ਇੱਥੇ ਵਟੇ ਵਿੱਚ y - 2 ਹੈ। ਸੋ ਇਸ ਢੰਗ ਦੇ ਸਵਾਲਾਂ ਨੂੰ ਅਸੀਂ ਕਿਵੇਂ ਹੱਲ ਕਰਨਾ ਹੈ। ਠੀਕ ਹੈ, ਤੋ ਇਹ ਅਸੀਂ ਅੱਜ ਦੀ ਇਸ ਵੀਡੀਓ ਦੇ ਵਿੱਚ ਸਿੱਖਾਂਗੇ। ਠੀਕ ਹੈ, ਤੋਂ ਪਹਿਲਾਂ ਪਹਿਲਾ ਸਵਾਲ ਅਸੀਂ ਦੇਖਦੇ ਹਾਂ ਇਹਨੂੰ ਕਿਵੇਂ ਹੱਲ ਕਰਨਾ ਹੈ। ਤੋ ਦੇਖ ਸਕਦੇ ਹੋ ਤੁਸੀਂ 1/2x = 1/3y = 2 ਤੇ 1/3x = 1/2y = 13/6। तो ਅਸੀਂ ਇਹੋ ਜਿਹੇ ਸਵਾਲਾਂ ਦੇ ਵਿੱਚ ਕੀ ਕਰਨਾ ਹੁੰਦਾ ਹੈ, ਜਿਹੜਾ 1/x ਹੈ ਜਾਂ 1/y ਹੈ ਇਹਨੂੰ ਅਸੀਂ ਕੁਛ ਨਾ ਕੁਛ ਜਿਹੜਾ ਸਬਸਟੀਟਿਊਟ ਕਰ ਲਾਂਗੇ, ਕੁਛ ਨਾ ਕੁਛ ਭਰ ਲਵਾਂਗੇ। ਠੀਕ ਹੈ, ਇਹਨੂੰ ਅਸੀਂ ਸਮੀਕਰਨ 1 ਮੰਨ ਲੈਂਦੇ ਹਾਂ, ਇਹਨੂੰ ਸਮੀਕਰਨ 2 ਮੰਨ ਲੈਂਦੇ ਹਾਂ। तो ਸਮੀਕਰਨ 1 ਅਤੇ 2 ਵਿੱਚ ਸਮੀਕਰਨ 1 ਅਤੇ 2 ਵਿੱਚ 1/x ਨੂੰ ਅਸੀਂ ਭਰ ਲੈਂਦੇ ਹਾਂ u ਤੇ 1/y ਨੂੰ ਭਰ ਲੈਂਦੇ ਹਾਂ v। ਠੀਕ ਹੈ, ਉਹਦੇ ਨਾਲ ਕੀ ਹੋਏਗਾ, ਜਿਹੜੀ ਸਮੀਕਰਨ 1 ਹੈ ਸਾਡੇ ਕੋਲ ਉਹ ਬਣ ਜਾਏਗੀ u/2। ਸਮੀਕਰਨ 1 ਸਾਡੇ ਕੋਲ ਬਣ ਜਾਏਗੀ u/2 ਜਮਾ 1/y ਦੀ ਜਗ੍ਹਾ ਤੇ v ਭਰਨਾ, ਇਹ ਸਾਡੇ ਕੋਲ ਬਣ ਜਾਏਗਾ v/3 = 2। ਠੀਕ ਹੈ, ਇਹਨੂੰ ਫਿਰ ਅਸੀਂ ਫਰਦਰ ਅਗਰ ਹੱਲ ਕਰਾਂਗੇ ਤਾਂ 3 ਨੂੰ ਇੱਧਰ ਗੁਣਾ ਕੀਤਾ ਜਾ ਸਕਦਾ ਹੈ, ਸਾਡੇ ਕੋਲ 3u ਬਣ ਜਾਏਗਾ। 2 ਨੂੰ ਇੱਧਰ ਗੁਣਾ ਕਰਾਂਗੇ ਸਾਡੇ ਕੋਲ 2v ਬਣ ਜਾਏਗਾ, ਔਰ ਇਹ 2 ਤੇ 3 ਆਪਸ ਗੁਣਾ ਹੋ ਜਾਣਗੇ 6 ਬਣ ਜਾਏਗਾ, ਔਰ ਬਰਾਬਰ ਸਾਡੇ ਕੋਲ 2 ਆ ਜਾਏਗਾ। ਠੀਕ ਹੈ, ਇਹਨੂੰ ਫਿਰ ਅਸੀਂ ਅੱਗੇ ਹੱਲ ਕਰਦੇ ਹਾਂ। तो ਇਹ ਸਾਡੇ ਕੋਲ 3u ਜਮਾ 2v = 12 ਬਣ ਜਾਏਗਾ। ਠੀਕ ਹੈ, तो ਇਹਨੂੰ ਅਸੀਂ ਸਮੀਕਰਨ 3 ਮੰਨ ਲੈਂਦੇ ਹਾਂ। ਠੀਕ, ਇਸੇ ਢੰਗ ਦੇ ਨਾਲ ਸਮੀਕਰਨ 2 ਦੇ ਵਿੱਚ 1/x ਨੂੰ u ਅਤੇ 1/y ਨੂੰ v ਭਰਨ ਤੇ ਸਮੀਕਰਨ 2 ਜਿਹੜੀ ਸਾਡੇ ਕੋਲ ਕੀ ਬਣ ਜਾਏਗੀ, ਇਹ ਸਾਡੇ ਕੋਲ ਬਣ ਜਾਏਗੀ u/3। ਠੀਕ ਹੈ, ਜਿਹੜਾ 1/x ਹੈ ਉਹਦੀ ਜਗ੍ਹਾ ਤੇ u ਆ ਜਾਏਗਾ, तो 3 ਤਾਂ ਥੱਲੇ ਪਹਿਲਾਂ ਹਰ ਦੇ ਵਿੱਚ ਹੈ ਹੀ, ਔਰ ਦੂਸਰੀ ਜਿਹੜੀ ਟਰਮ ਹੈ ਉਹ ਸਾਡੇ ਕੋਲ v/2 ਬਣ ਜਾਏਗੀ, ਔਰ ਬਰਾਬਰ ਇਹ ਸਾਡੇ ਕੋਲ ਆ ਜਾਏਗਾ 13/6। ਇਹਨੂੰ ਅਸੀਂ ਫਿਰ ਅੱਗੇ ਸਿੰਪਲੀਫਾਈ ਕਰਦੇ ਹਾਂ, ਕ੍ਰਾਸ ਮਲਟੀਪਲਾਈ ਕਰਾਂਗੇ, ਸਾਡੇ ਕੋਲ 2u + 3v / 3 दूनी 6 = 13/6। ਇਹ 6 ਦੇ ਨਾਲ 6 ਜਿਹੜਾ ਕੱਟਿਆ ਜਾਏਗਾ, तो ਸਾਡੇ ਕੋਲ ਜਿਹੜੀ ਦੂਜੀ ਸਮੀਕਰਨ ਸੀ ਉਹ ਬਦਲ ਕੇ ਕੀ ਹੋ ਗਈ, 2u + 3v = 13। ਇਹਨੂੰ ਅਸੀਂ ਮੰਨ ਲੈਂਦੇ ਹਾਂ ਸਮੀਕਰਨ 4। ਠੀਕ ਹੈ, तो ਪਹਿਲਾ ਕੰਮ ਸਾਡਾ ਜਿਹੜਾ ਹੋ ਗਿਆ, ਜਿਹੜਾ ਕਿਹਾ ਗਿਆ ਸੀ ਕਿ ਦਿੱਤੀਆਂ ਸਮੀਕਰਨਾਂ ਨੂੰ ਰੇਖੀ ਸਮੀਕਰਨਾਂ ਵਿੱਚ ਬਦਲੋ। ਠੀਕ ਹੈ, तो ਇੱਕ ਤਾਂ ਸਾਡੇ ਕੋਲ ਇਹ ਜਿਹੜੀ ਸਮੀਕਰਨ ਬਣ ਗਈ ਹੈ, ਜਿਹੜੀ ਕਿ ਪਹਿਲੀ ਤੋਂ ਰੇਖੀ ਸਮੀਕਰਨ ਬਣੀ ਹੈ। ਫਿਰ ਸਾਡੇ ਕੋਲ ਦੂਜੀ ਸਮੀਕਰਨ ਤੋਂ ਜਿਹੜੀ ਰੇਖੀ ਸਮੀਕਰਨ ਬਣੀ ਹੈ ਉਹ ਸਾਡੇ ਕੋਲ ਇਹ ਵਾਲੀ ਹੈ। ਠੀਕ ਹੈ, तो ਹੁਣ ਇਹਨਾਂ ਦੋਨਾਂ ਨੂੰ ਅਸੀਂ ਹੱਲ ਕਰਨਾ ਹੈ। ਹੱਲ ਕਰਨ ਵਾਸਤੇ ਅਸੀਂ ਜਿਹੜੀ ਮਰਜ਼ੀ ਵਿਧੀ, ਚਾਹੇ ਪ੍ਰਤਿਸਥਾਪਨ ਵਿਧੀ, ਚਾਹੇ ਵਿਲੋਪਨ ਵਿਧੀ, ਚਾਹੇ ਕ੍ਰਾਸ ਮਲਟੀਪਲੀਕੇਸ਼ਨ ਮੈਥਡ, ਜਿਹੜਾ ਮਰਜ਼ੀ ਅਸੀਂ ਜਿਹੜਾ ਤ੍ਰਿਸ਼ੀ ਗੁਣਾ ਵਿਧੀ ਉਹ ਅਸੀਂ ਵਰਤ ਸਕਦੇ ਹਾਂ, ਵਰਤ ਕੇ ਇਹਨੂੰ ਹੱਲ ਕਰ ਸਕਦੇ ਹਾਂ। ਤਿੰਨਾਂ ਦੇ ਨਾਲ ਸਾਡੇ ਕੋਲ ਉੱਤਰ ਜਿਹੜਾ ਉਹ ਇੱਕੋ ਜਿਹਾ ਹੀ ਆਵੇਗਾ। ਠੀਕ ਹੈ, ਜੇਕਰ ਸਾਨੂੰ ਸਵਾਲ ਦੇ ਵਿੱਚ ਕਿਹਾ ਜਾਂਦਾ ਹੈ ਕਿ ਤੁਸੀਂ ਕਿਹੜੀ ਪਾਰਟਿਕੂਲਰ ਵਿਧੀ ਜਿਹੜੀ ਆ, ਕਿਹੜਾ ਪਾਰਟਿਕੂਲਰ ਮੈਥਡ ਹੈ ਜਿਹੜਾ ਯੂਜ਼ ਕਰਨਾ ਹੈ,
ਵਿਲੋਪਨ ਵਿਧੀ ਐਲੀਮੀਨੇਸ਼ਨ ਮੈਥਡ ਹੈ ਜਾਂ ਸਬਸਟੀਟਿਊਸ਼ਨ ਮੈਥਡ ਹੈ ਜਿਹਨੂੰ ਅਸੀਂ ਪ੍ਰਤਿਸਥਾਪਨ ਵਿਧੀ ਕਹਿੰਦੇ ਆ ਜਾਂ ਤਿਰਛੀ ਵਿਧੀ ਕ੍ਰਾਸ ਮਲਟੀਪਲੀਕੇਸ਼ਨ ਫਿਰ ਉਹੀ ਵਾਲਾ ਮੈਥਡ ਉਹੀ ਵਾਲੀ ਵਿਧੀ ਯੂਜ਼ ਕਰਕੇ ਅਸੀਂ ਉਹਦੀ ਵਰਤੋਂ ਕਰਕੇ ਸਵਾਲ ਨੂੰ ਹੱਲ ਕਰਾਂਗੇ ਬਟ ਅਗਰ ਕੋਈ ਨਹੀਂ ਦਿੱਤਾ ਹੋਇਆ ਤੁਸੀਂ ਆਪਣੀ ਮਰਜ਼ੀ ਦੇ ਨਾਲ ਕੋਈ ਵੀ ਇਹਨਾਂ ਤਿੰਨਾਂ ਦੇ ਵਿੱਚੋਂ ਜਿਹੜਾ ਤੁਹਾਨੂੰ ਈਜ਼ੀ ਲੱਗਦਾ ਉਹ ਤੁਸੀਂ ਯੂਜ਼ ਕਰ ਸਕਦੇ ਹੋ ਜਦੋਂ ਸਾਨੂੰ ਕੋਈ ਵੀ ਵਿਧੀ ਵਰਤੋਂ ਕਿਸੇ ਵੀ ਵਿਧੀ ਦੀ ਵਰਤੋਂ ਕਰਨ ਵਾਸਤੇ ਨਾ ਕਿਹਾ ਗਿਆ ਹੋਵੇ ਜੇ ਮੈਂਸ਼ਨ ਕੀਤਾ ਹੋਇਆ ਫਿਰ ਅਸੀਂ ਉਹੀ ਵਿਧੀ ਵਰਤਾਂਗੇ ਫਿਰ ਹੀ ਸਾਨੂੰ ਜਿਹੜੇ ਉਹਦੇ ਮਾਰਕਸ ਮਿਲਣਗੇ ਸਵਾਲ ਦੇ ਨਹੀਂ ਤਾਂ ਨਹੀਂ ਮਿਲਣਗੇ ਠੀਕ ਹੈ ਤੋ ਇਹ ਦੋਨਾਂ ਦੇ ਵਿੱਚ ਆਪਾਂ ਹੁਣ ਜਿਹੜੀ ਮਰਜ਼ੀ ਵਿਧੀ ਜਿਹੜੀ ਯੂਜ਼ ਕਰ ਸਕਦੇ ਹਾਂ ਮੈਂ ਦੇ ਵਿੱਚ ਵਿਲੋਪਨ ਵਿਧੀ ਜਿਹੜੀ ਹੈ ਉਹ ਯੂਜ਼ ਕਰਾਂਗਾ ਠੀਕ ਹੈ ਵਿਲੋਪਨ ਵਿਧੀ ਦੇ ਲਈ ਆਪਾਂ ਕੀ ਕਰਨਾ ਹੁੰਦਾ ਹੈ ਕਿ ਜਿਹੜੀਆਂ ਦੋਨੋਂ ਸਮੀਕਰਨਾਂ ਨੇ ਉਹਦੇ ਵਿੱਚ ਕਿਸੇ ਵੀ ਇੱਕ ਚੱਲ ਦੇ ਜਿਹੜੇ ਗੁਣਾਂਕ ਨੇ ਉਹਨਾਂ ਨੂੰ ਅਸੀਂ ਇੱਕ ਸਮਾਨ ਕਰ ਲੈਣਾ ਹੁੰਦਾ ਠੀਕ ਹੈ ਜਿੱਦਾਂ ਇਹਦੇ ਵਿੱਚ u ਹੈ u ਦਾ ਜਿਹੜਾ ਗੁਣਾਂਕ ਹੈ ਉਹ ਸਾਡੇ ਕੋਲ 3 ਹੈ 4 ਸਮੀਕਰਨ ਦੇ ਵਿੱਚ ਜਿਹੜਾ u ਦਾ ਗੁਣਾਂਕ ਹੈ ਉਹ 2 ਹੈ ਤੋਂ ਮੈਂ ਕਿਵੇਂ ਇਹਨਾਂ ਨੂੰ ਬਰਾਬਰ ਕਰ ਸਕਦਾ ਅਗਰ ਇਸ ਗੁਣਾਂਕ ਦੇ ਨਾਲ ਮੈਂ ਪਹਿਲੀ ਸਮੀਕਰਨ ਨੂੰ ਗੁਣਾ ਕਰਦੇ ਹਾਂ ਭਾਵ ਕਿ ਪਹਿਲੀ ਸਮੀਕਰਨ ਨੂੰ ਦੋਨੋਂ ਪਾਸੇ 2 ਨਾਲ ਗੁਣਾ ਕਰਦੇ ਹਾਂ ਤਾਂ ਇਹ ਮੇਰੇ ਕੋਲ 6u ਹੋ ਜਾਏਗਾ ਇਸੇ ਢੰਗ ਦੇ ਨਾਲ ਇਹਦਾ ਜਿਹੜਾ ਗੁਣਾਂਕ ਹੈ 3 ਉਹਦੇ ਨਾਲ ਮੈਂ ਇੱਥੇ ਗੁਣਾ ਕਰਦੇ ਹਾਂ ਤੇ ਮੇਰੇ ਕੋਲ 6u ਬਣ ਜਾਏਗਾ ਠੀਕ ਹੈ तो ਅਸੀਂ ਕਰਾਂਗੇ ਸਮੀਕਰਨ 3 ਨੂੰ 2 ਅਤੇ ਸਮੀਕਰਨ 4 ਨੂੰ 3 ਨਾਲ ਗੁਣਾ ਕਰਨ ਤੇ ਸਮੀਕਰਨ 3 ਨੂੰ 2 ਅਤੇ 4 ਨੂੰ 3 ਨਾਲ ਗੁਣਾ ਕਰਨ ਤੇ तो गुणा करन ते साडे कोल की बनेगा 2 ਦੇ ਨਾਲ ਅਸੀਂ 3 ਸਮੀਕਰਨ ਨੂੰ ਗੁਣਾ ਕਰ ਰਹੇ ਹਾਂ ਇੱਥੇ ਮੈਂ ਐਵੇਂ ਲਿਖ ਲੈਣਾ ਤੇ ਇਹ ਮੇਰੇ ਕੋਲ ਬਣ ਜਾਏਗਾ ਜਦੋਂ ਅਸੀਂ ਇਹਨੂੰ ਦੋਨੋਂ ਪਾਸੇ 3 ਦੇ ਨਾਲ 2 ਨਾਲ ਗੁਣਾ ਕਰਾਂਗੇ ਇਹ ਮੇਰੇ ਕੋਲ 6u ਹੋ ਜਾਏਗਾ प्लस 4v ਹੋ ਜਾਏਗਾ और बराबर की हो जाएगा साडे कोल 24 ठीक है ਇਹਨੂੰ ਮੈਂ ਸਮੀਕਰਨ 5 ਮੰਨ ਲੈਣਾ ਇਸ ਤੋਂ ਬਾਅਦ ਸਮੀਕਰਨ 4 ਨੂੰ गुणा करना है असी 3 ਦੇ ਨਾਲ 3 गुणा समीकरण 4 ਇਹ ਸਾਡੇ ਕੋਲ ਬਣ ਜਾਏਗਾ 6u ਜਮਾ 3 ਤੀਆ 9v ਬਰਾਬਰ 13 ਨੂੰ 3 ਕਰਾਂਗੇ 13 ਤੀ 39 ਸਾਡੇ ਕੋਲ ਆ ਜਾਏਗਾ ਠੀਕ ਹੈ ਇਹਨੂੰ ਮੈਂ ਸਮੀਕਰਨ 6 ਮੰਨ ਲੈਣਾ ਤੇ ਹੁਣ ਸਮੀਕਰਨ 5 ਦੇ ਵਿੱਚੋਂ 6 ਨੂੰ ਆਪਾਂ ਘਟਾ ਦਾਂਗੇ ਜਾਂ 6 ਦੇ ਵਿੱਚੋਂ 5 ਨੂੰ ਘਟਾ ਦਾਂਗੇ ਉਹਦੇ ਨਾਲ ਸਾਡੇ ਕੋਲ ਜਿਹੜਾ ਪਦ u ਵਾਲਾ ਹੈ ਉਹ ਕੱਟਿਆ ਜਾਏਗਾ ਪਰ v ਦੀ ਜਿਹੜੀ ਕੀਮਤ ਹੈ ਉਹ ਸਾਡੇ ਕੋਲ ਆ ਜਾਏਗੀ तो ਅਸੀਂ ਇੱਥੇ ਲਿਖ ਦੇਣਾ ਹੈ ਸਮੀਕਰਨ 6 ਵਿੱਚੋਂ 5 ਨੂੰ ਘਟਾਉਣ ਤੇ ਸਮੀਕਰਨ 6 ਵਿੱਚੋਂ 5 ਨੂੰ ਘਟਾਉਣ ਤੇ ਇਹ ਸਾਡੇ ਕੋਲ ਬਣ ਜਾਏਗਾ 6u जमा 9v बराबर 39 6u जमा 4v बराबर 24 ठीक है तो इनू माइनस करांगे आपां ठीक तो ये 6u ਦੇ ਨਾਲ 6u ਜਿਹੜਾ ਕੱਟਿਆ ਜਾਏਗਾ 9v ਦੇ ਵਿੱਚੋਂ 4v ਅਗਰ ਅਸੀਂ ਘਟਾਵਾਂਗੇ ਸਾਡੇ ਕੋਲ 5v ਬਣ ਜਾਏਗਾ 39 ਦੇ ਵਿੱਚੋਂ 24 ਅਸੀਂ ਅਗਰ ਘਟਾਣੇ ਆ ਤਾਂ ਇਹ ਸਾਡੇ ਕੋਲ ਬਣ ਜਾਏਗਾ 9 ਚੋਂ 4 ਘਟਾਵਾਂਗੇ 5 ਹੈ और 3 चो 1 घटाया 2 ठीक है तो 5v की कीमत साडे कोल जिहड़ी बन जाती है 15 ਇਹਦੇ ਵਿੱਚੋਂ 20 की कीमत साडे कोल आ जाएगी 15/5 बराबर 3 ਹੁਣ ਇਹ ਜਿਹੜੀ 20 ਦੀ ਕੀਮਤ ਹੈ ਸਾਡੇ ਕੋਲ 3 ਇਹਨੂੰ ਅਸੀਂ ਜਿੰਨੀਆਂ ਵੀ ਸਮੀਕਰਨਾਂ ਜਿਹੜੀਆਂ ਸਾਡੇ ਕੋਲ ਬਣੀਆਂ ਨੇ ਇਹਨਾਂ ਵਿੱਚੋਂ ਕਿਸੇ ਦੇ ਵਿੱਚ ਵੀ ਭਰ ਸਕਦੇ ਹਾਂ ਠੀਕ ਹੈ तो v बराबर 3 ਨੂੰ ਅਸੀਂ ਭਰ ਦਿੰਨੇ ਆ ਸਮੀਕਰਨ 3 ਦੇ ਵਿੱਚ ਠੀਕ ਹੈ ਸਮੀਕਰਨ 3 ਵਿੱਚ v ਬਰਾਬਰ 3 ਭਰਨ ਤੇ ਸਮੀਕਰਨ 3 ਵਿੱਚ v ਬਰਾਬਰ 3 ਭਰਨ ਤੇ ठीक है सब्स्टिट्यूटिंग v equals to 3 in equation 3 तो तीसरी इक्वेशन है 3u plus 2v equals to 12 3u plus 2v v ਦੀ ਜਗ੍ਹਾ ਤੇ ਸਾਡੇ ਕੋਲ ਆ ਜਾਏਗਾ 3 ਬਰਾਬਰ 12 equals to 12 ठीक है तो ਅਸੀਂ ਇਹਨੂੰ ਸਿੰਪਲੀਫਾਈ ਕਰ ਲਾਂਗੇ ਹੁਣ ਇਹ ਸਾਡੇ ਕੋਲ ਬਣ ਜਾਏਗਾ 3u
जमा 6 बराबर 12 और ये आएगा साढ़े कोल 3u बराबर 12 घटाओ 6 3u इक्वल्स टू 6 और u की जी कीमत है वो साढ़े कोल बन जाएगी 2। ठीक है स्टूडेंट्स, तो साढ़े कोल v ते u ਦੀਆਂ ਕੀਮਤਾਂ ਜਿਹੜੀਆਂ ਅਸੀਂ ਪਤਾ ਕਰ ਲਈਆਂ, पर u ਤੇ v ਸਾਡੇ ਕੋਲ ਸਵਾਲ ਦੇ ਵਿੱਚ ਤਾਂ ਕਿਤੇ ਹੈ ਹੀ ਨਹੀਂ ਸੀ ਨਾ। ਸਵਾਲ ਦੇ ਵਿੱਚ ਤਾਂ ਸਾਡੇ ਕੋਲ x ਤੇ y ਦੀ ਕੀਮਤ ਸੀ, ਸੋ u ਤੇ v ਤੋਂ x ਦੀ y ਕੀਮਤ ਪਤਾ ਕਰਨ ਲਈ ਅਸੀਂ ਕੀ ਕਰਾਂਗੇ, u ਅਸੀਂ ਭਰਿਆ ਸੀ 1/x ਦੀ ਜਗ੍ਹਾ ਤੇ, v ਅਸੀਂ ਭਰਿਆ ਸੀ 1/y ਦੀ ਜਗ੍ਹਾ ਤੇ। ਤਾਂ ਹੁਣ ਅਸੀਂ u ਨੂੰ ਵਾਪਸ 1/x ਲਿਖ ਦਵਾਂਗੇ ਔਰ v ਨੂੰ 1/y ਲਿਖ ਦਵਾਂਗੇ। ਠੀਕ ਹੈ, ਹੁਣ u बराबर 2, u इक्वल्स टू 2, इट इंप्लाइज 1/x इक्वल्स टू 2। ठीक है, ਇਹਦਾ मतलब है कि 1/x ਜਿਹੜਾ ਉਹਦੀ ਕੀਮਤ ਸਾਡੇ ਕੋਲ 2 ਆਈ ਹੈ, तो ਇਹਦਾ ਦੋਨੋਂ ਪਾਸੇ ਅਸੀਂ ਉਲਟ ਕਰਮ ਅਗਰ ਲਵਾਂਗੇ ਤਾਂ ਜਿਹੜੀ x ਦੀ ਕੀਮਤ, तो ਇਹਦਾ ਦੋਨੋਂ ਪਾਸੇ ਅਗਰ ਅਸੀਂ ਉਲਟ ਕਰਮ ਲਵਾਂਗੇ ਤਾਂ x ਦੀ ਜਿਹੜੀ ਵੈਲਿਊ ਹੈ ਉਹ ਸਾਡੇ ਕੋਲ 1/2 ਆ ਜਾਏਗੀ, 1/2। ਠੀਕ ਹੈ, ਔਰ ਇਸੇ ਢੰਗ ਦੇ ਨਾਲ v ਦੀ ਜਿਹੜੀ ਕੀਮਤ ਸਾਡੇ ਕੋਲ 3 ਆਈ ਸੀ, v ਜਿਹੜਾ ਅਸੀਂ ਮੰਨਿਆ ਸੀ 1/y ਨੂੰ, तो 1/y ਦੀ ਕੀਮਤ ਇਹਦਾ ਮਤਲਬ ਸਾਡੇ ਕੋਲ 3 ਹੋਈ ਹੈ। ਦੋਨੋਂ ਸਾਈਡ ਅਸੀਂ ਰੈਸੀਪ੍ਰੋਕਲ ਲਵਾਂਗੇ, ਉਲਟ ਕਰਮ ਲਵਾਂਗੇ ਤਾਂ y ਦੀ ਜਿਹੜੀ ਵੈਲਿਊ ਹੈ ਉਹ ਸਾਡੇ ਕੋਲ 1/3 ਬਣ ਜਾਏਗੀ, y equals to 1/3। ठीक है स्टूडेंट्स, तो इस तरह साडे कोल इस सवाल का जिहड़ा हल है वो की बन जाता है, x equals to 1/2 and y equals to 1/3। एक बार ਅਸੀਂ ਫਿਰ ਦੇਖ ਲੈਂਦੇ ਆ ਇਸ ਢੰਗ ਦੇ ਸਵਾਲਾਂ ਨੂੰ ਅਸੀਂ ਕਿਵੇਂ ਕਰਨਾ ਹੈ, ਜਿਨ੍ਹਾਂ ਵਿੱਚ ਸਾਡੇ ਕੋਲ ਜਿਹੜਾ ਸਿੱਧੀ ਰਕਮ ਦੇ ਵਿੱਚ x y ਨਾ ਦੇ ਕੇ 1/x 1/y ਦਿੱਤੇ ਹੈ, ਤਾਂ ਪਹਿਲਾਂ ਇਹਨਾਂ ਨੂੰ ਅਸੀਂ ਇੱਕ ਹੋਰ ਚਲਾਂ ਦੇ ਵਿੱਚ ਬਦਲ ਲਿਆ, 1/x ਨੂੰ u ਪੁੱਟ ਕੀਤਾ, 1/y ਨੂੰ v ਪੁੱਟ ਕੀਤਾ। ਠੀਕ ਹੈ, ਉਸ ਤੋਂ ਬਾਅਦ ਸਿੰਪਲੀਫਾਈ ਕਰਕੇ ਸਾਡੇ ਕੋਲ ਇਹ ਦੋ ਇਕੁਏਸ਼ਨਸ ਜਿਹੜੀਆਂ ਦੋ ਸਮੀਕਰਨਾਂ ਬਣੀਆਂ ਸੀ, ਫਿਰ ਇਹਨਾਂ ਨੂੰ ਅਸੀਂ ਵਿਲੋਪਨ ਵਿਧੀ ਦੇ ਨਾਲ ਹੱਲ ਕਰਿਆ। ਠੀਕ ਹੈ, तो ਇਹ ਸਾਡੇ ਕੋਲ ਜਿਹੜਾ ਹੱਲ ਹੈ ਇਸ ਸਵਾਲ ਦਾ ਉਹ ਸਾਨੂੰ ਪ੍ਰਾਪਤ ਹੋ ਜਾਂਦਾ ਹੈ। तो ਇਹਨਾਂ ਦੇ ਵਿੱਚੋਂ ਅਗਲਾ ਸਵਾਲ ਜਿਹੜਾ ਤੁਸੀਂ ਦੇਖ ਸਕਦੇ ਹੋ, ਦੂਜੇ ਦੇ ਵਿੱਚ ਅਸੀਂ ਕੀ ਕਰਾਂਗੇ, 1/वर्गमूल x 1/वर्गमूल y ਇਹਦੀ ਅਸੀਂ ਸਬਸਟੀਟਿਊਸ਼ਨ ਕਰਾਂਗੇ। ਠੀਕ ਹੈ, 1/वर्गमूल x ਨੂੰ ਤੁਸੀਂ u ਭਰ ਸਕਦੇ ਹੋ, 1/वर्गमूल x ਨੂੰ u ਭਰ ਸਕਦੇ ਹੋ और 1/वर्गमूल y ਨੂੰ v ਭਰ ਸਕਦੇ ਹੋ। ठीक है, तो u v ਦੇ ਵਿੱਚ ਤੁਹਾਡੇ ਕੋਲ ਇਕੁਏਸ਼ਨਸ ਬਣ ਜਾਣਗੀਆਂ, ਉਹਨਾਂ ਨੂੰ ਹੱਲ ਕਰੋ। ਅਖੀਰ ਦੇ ਵਿੱਚ ਤੁਸੀਂ ਕੀ ਕਰਨਾ ਹੈ, u ਦੀ ਜਗ੍ਹਾ ਤੇ ਵਾਪਸ 1/वर्गमूल x ਭਰ ਦੇਣਾ, v ਦੀ ਜਗ੍ਹਾ ਤੇ ਵਾਪਸ 1/वर्गमूल y ਭਰ ਦੇਣਾ। ਫਿਰ ਤੁਸੀਂ ਇਹਦਾ ਉਲਟ ਕਰਮ ਵੀ ਕਰੋਗੇ ਤੇ ਨਾਲ ਇਹਦਾ ਵਰਗ ਵੀ ਕਰੋਗੇ ਦੋਨੋਂ ਪਾਸੇ। ਠੀਕ ਹੈ, ਮੰਨ ਲਓ ਮੇਰੇ ਕੋਲ 1/वर्गमूल x ਦੀ ਜਿਹੜੀ ਕੀਮਤ ਹੈ ਉਹ ਬਣ ਜਾਂਦੀ ਹੈ 3। ਠੀਕ ਹੈ, तो ਇਹਦਾ ਉਲਟ ਕਰਮ ਵੀ ਕੀਤਾ ਜਾਏਗਾ, ਉਲਟ ਕਰਮ ਕਰਨ ਦੇ ਨਾਲ ਇਹ ਮੇਰੇ ਕੋਲ वर्गमूल x बराबर 1/3 ਹੋ ਜਾਏਗਾ। ਫਿਰ ਇਹਦਾ ਵਰਗ ਵੀ ਅਸੀਂ ਕਰਾਂਗੇ, ਵਰਗ ਕਰਨ ਦੇ ਨਾਲ x बराबर 1/9 ਹੋ ਜਾਏਗਾ। ਠੀਕ ਹੈ, x ਦੀ ਕੀਮਤ 9। तो ਇਹ ਸਵਾਲ ਤੁਸੀਂ ਆਪਣੇ ਆਪ ਕਰਨਾ ਹੈ। ਠੀਕ ਹੈ, ਹਿੰਟ ਤੁਹਾਨੂੰ ਮੈਂ ਕਾਫੀ ਹੱਦ ਤੱਕ ਦੇ ਦਿੱਤਾ ਹੈ। ਇਸੇ ਢੰਗ ਦੇ ਨਾਲ y ਦੇ ਵਿੱਚ ਵੀ ਤੁਸੀਂ v ਨੂੰ ਵਾਪਸ 1/वर्गमूल y ਭਰ ਕੇ ਫਿਰ ਉਹਦਾ ਵਰਗ ਵੀ ਕਰੋਗੇ ਤੇ ਉਹਦਾ ਉਲਟ ਕਰਮ ਵੀ ਲਓਗੇ ਤਾਂ ਇਹ ਸਵਾਲ ਦਾ ਹੱਲ ਜਿਹੜਾ ਤੁਹਾਡੇ ਕੋਲੋਂ ਹੋ ਜਾਏਗਾ। ਠੀਕ, ਇਸੇ ਢੰਗ ਦੇ ਨਾਲ ਤੀਸਰੇ ਸਵਾਲ ਦੇ ਵਿੱਚ y ਤੇ ਪਹਿਲੇ ਹੀ ਸਾਡੇ ਕੋਲ ਜਿਹੜਾ ਅੰਸ਼ ਦੇ ਵਿੱਚ ਹੈ, ਬਟ ਇਹ ਸਾਡੇ ਕੋਲ ਹਰ ਦੇ ਵਿੱਚ ਹੈ 4/u। x ਇਹਦੇ ਵਿੱਚ ਤੁਸੀਂ ਸਿਰਫ x ਨੂੰ ਹੀ ਜਿਹੜਾ u ਭਰ ਸਕਦੇ ਹੋ, 1/x ਬਰਾਬਰ u। ਠੀਕ ਹੈ, ਇਹਦੇ ਵਿੱਚ ਵੀ 1/x ਬਰਾਬਰ u ਹੈ, ਤੁਹਾਡੇ ਕੋਲ 4u ਬਣ ਜਾਏਗਾ, 3u ਬਣ ਜਾਏਗਾ। ਉਸ ਤੋਂ ਬਾਅਦ u ਤੇ y ਨੂੰ ਤੁਸੀਂ ਕੋਈ ਵੀ ਵਿਧੀ ਯੂਜ਼ ਕਰਕੇ ਜਿਹੜਾ ਹੱਲ ਕਰ ਸਕਦੇ ਹੋ। ਅਖੀਰ ਦੇ ਵਿੱਚ u ਦੀ ਜਗ੍ਹਾ ਤੇ ਵਾਪਸ 1/x ਜਿਹੜਾ ਉਹ ਤੁਸੀਂ ਭਰ ਦੇਣਾ। ਠੀਕ ਹੈ, तो ਇਹਦੇ ਵਿੱਚੋਂ ਜਿਹੜੇ ਸਾਰੇ ਸਵਾਲ ਤੁਹਾਡੇ ਕੋਲ ਇਸੇ ਢੰਗ ਦੇ ਨਾਲ ਹੋਣ ਵਾਲੇ ਨੇ। ਇਹਦੇ ਵਿੱਚ 1/x ਘਟਾਓ 1 ਨੂੰ ਤੁਸੀਂ u ਭਰ ਸਕਦੇ ਹੋ, 1/y ਘਟਾਓ 2 ਨੂੰ v ਭਰ ਸਕਦੇ ਹੋ। ਠੀਕ ਹੈ, तो ਬਾਕੀ ਸਾਰਾ ਸਵਾਲ ਉਸੇ ਢੰਗ ਦੇ ਨਾਲ ਜਿਵੇਂ ਅਸੀਂ ਪਹਿਲਾਂ ਹੱਲ ਕੀਤਾ। ਠੀਕ ਹੈ, तो बाकी ਦੇ ਸਾਰੇ ਸਵਾਲ ਵੀ ਵੈਸੇ ਇਸੇ ਢੰਗ ਦੇ ਨਾਲ ਹੋ ਜਾਣੇ ਆ। ਇਹਦੇ ਵਿੱਚੋਂ ਇੱਕ ਸਵਾਲ ਚਲੋ ਮੈਂ ਹੋਰ ਇਹ ਵਾਲਾ ਸਵਾਲ ਕਰ ਦਿੰਦਾ। ਠੀਕ ਹੈ, ਇਹ ਵਾਲਾ ਸਵਾਲ ਤੇ ਇਹ ਵਾਲਾ ਸਵਾਲ ਵੀ ਰਲਦੇ ਮਿਲਦੇ ਹੈਗੇ ਨੇ। ਇਹਦੇ ਵਿੱਚ ਸਿਰਫ ਇੰਨਾ ਫਰਕ ਹੈ x y ਨੂੰ ਇੱਧਰ ਗੁਣਾ ਕੀਤਾ ਹੋਇਆ। ਠੀਕ ਹੈ, ਜਿਵੇਂ ਇੱਧਰ x y ਲਿਖਿਆ ਹੋਇਆ।
तो ਇਹ ਸਵਾਲ ਦੇ ਵਿੱਚ ਤੁਸੀਂ ਕੀ ਕਰਨਾ, ਦੋਨੋਂ ਪਾਸੇ x y ਦੇ ਨਾਲ ਪਹਿਲਾਂ ਭਾਗ ਕਰੋਗੇ, ਭਾਗ ਕਰਕੇ ਤੁਹਾਡੇ ਕੋਲ ਇਸ ਸਾਈਡ ਤੇ x y ਜਿਹੜਾ ਕੱਟਿਆ ਜਾਏਗਾ, ਜਦੋਂ x y ਦੇ ਨਾਲ ਕਰੋਗੇ ਕੱਟਿਆ ਜਾਏਗਾ, ਬਟ ਇਸ ਸਾਈਡ ਤੁਹਾਡੇ ਕੋਲ x y ਜਿਹੜਾ ਨੀਚੇ ਆ ਜਾਏਗਾ, ਫਿਰ ਇਹ ਜਿਹੜਾ ਇਸ ਫਾਰਮ ਦੇ ਵਿੱਚ ਕਨਵਰਟ ਹੋ ਜਾਣਾ, ਜਿਵੇਂ ਇਹ ਸਵਾਲ ਹੈ ਸਾਡੇ ਕੋਲ, ਠੀਕ ਹੈ। ਇਹਨੂੰ ਅਸੀਂ ਕਰਾਂਗੇ ਹੱਲ, ਤੇ ਇਸੇ ਢੰਗ ਦੇ ਨਾਲ ਅਗਲੇ ਜਿਹੜੇ ਸਵਾਲ ਹੈ ਉਹ ਵੀ ਤੁਸੀਂ ਕੋਸ਼ਿਸ਼ ਕਰਨੀ ਹੈ ਆਪਣੇ ਆਪ ਹੱਲ ਕਰਨ ਦੀ, ਕਿਉਂਕਿ ਸਾਰੇ ਸਵਾਲ ਹੱਲ ਕਰਨੇ ਬਹੁਤ ਜ਼ਿਆਦਾ ਮੁਸ਼ਕਿਲ ਹੋ ਜਾਂਦੇ ਨੇ। ਸੋ ਪੰਜਵਾਂ ਸਵਾਲ ਹੁਣ ਆਪਾਂ ਕਰਦੇ ਹਾਂ। ਸੋ ਪਹਿਲੇ ਦਾ ਪੰਜਵਾਂ ਜਿਹੜਾ ਪਾਰਟ ਹੈ ਸਾਡੇ ਕੋਲ ਇਹ ਹੈ 7x - 2y over xy equals to 5, और दूजी समीकरण साढ़े कोल है 8x जमा 7y बराबर xy बराबर 15, ठीक है। तो ਇਹਦੇ ਵਿੱਚ ਅਸੀਂ ਕੀ ਕਰਨਾ, ਸਭ ਤੋਂ ਪਹਿਲਾਂ ਆਪਾਂ ਪਹਿਲੀ ਵਾਲੀ ਸਮੀਕਰਨ ਨੂੰ ਲੈ ਕੇ ਚੱਲਦੇ ਹਾਂ। xy 7x - 2y ਨੂੰ ਭਾਗ ਕਰ ਰਿਹਾ, ਇਹਨੂੰ ਅਸੀਂ ਦੋਨਾਂ ਦੇ ਥੱਲੇ ਲਿਖ ਲਵਾਂਗੇ, ठीक है। और इसे ढंग दे नाल ਇਹਦੇ ਵਿੱਚ ਵੀ 8x ਵਟਾ xy ਜਮਾ 7y ਵਟਾ xy ਬਰਾबर 15, ठीक है। तो ਇਹਦੇ ਵਿੱਚ x ਦੇ ਨਾਲ x ਪਹਿਲੀ ਟਰਮ ਦੇ ਵਿੱਚ ਕੱਟਿਆ ਜਾਏਗਾ, ਦੂਸਰੀ ਦੇ ਵਿੱਚ y ਦੇ ਨਾਲ y ਕੱਟਿਆ ਜਾਏਗਾ, ਇਸੇ ਢੰਗ ਦੇ ਨਾਲ ਇੱਧਰ ਇਹ ਸਾਡੇ ਕੋਲ ਕੱਟੇ ਜਾਣਗੇ। तो ਸਾਡੇ ਕੋਲ ਇਹ ਜਿਹੜੀਆਂ ਦੋਨੋਂ ਸਮੀਕਰਨਾਂ ਕੀ ਬਣ ਜਾਂਦੀਆਂ ਨੇ, 7 ਵਟਾ y ਘਟਾਓ 2 ਵਟਾ x ਬਰਾबर 5, और दूसरा साढ़े कोल 8 वटा y जमा 7 वटा x बराबर 15। लो जी, हुण ये साढ़े कोल फिर उसे ढंग का सवाल बन गया जिहड़ा असीं पहला सवाल करके आए हैं, ठीक है। इहदे विच हुण तुसीं की करना है, ये हुण अपने आप कर लियो। इहदे विच मैं तुहानूं ओही चीज़ दसनी है कि 1 वटा x नूं आपां u पर देंगे और 1 वटा y नूं आपां v पर देंगे, ठीक है। उस तो बाद ये तुहाडे कोल बिल्कुल जिवें आपां पिछे करके आए उसे ढंग दे सवाल समीकरण जड़ियां बन जाएंगियां। 7v - 2u इक्वल्स टू 5, इनू समीकरण 1 मान लो, और दूजी जी समीकरण है वो तुहाडे कोल बन जाएगी 8v + 7u इक्वल्स टू 15, ठीक है। ये समीकरण 2 बन जाएगी, 8v + 7u इक्वल्स टू 15। तो ये दोनों समीकरणों नूं हुण आपां फिर उसी ढंग दे नाल चाहे विलोपन विधि तुसीं वरत सकदे हो, चाहे प्रतिस्थापन विधि, चाहे त्रिशी गुणा विधि, ठीक है। जिन्होंने वो वीडियोज़ अजे नहीं देखियां तां पिछलियां वीडियोज़ इस चैप्टर दीयां जरूर देखो। हर विधि तुहानूं बहुत चंगे ढंग दे नाल जिहड़ी आंदी होनी चाहिए है, फिर तुसीं उन्हां तिन्नां दे विचों कोई भी यूज़ करके इत्थे u ते v दी वैल्यू फाइंड कर सकदे हो, ते बिल्कुल पिछले सवाल दे वांग तुसीं इहनूं हल कर सकदे हो, ठीक है स्टूडेंट्स। तो अज दे लई इन्ना बहुत है। ईमानदारी दे नाल ये सारे सवाल आपां हल करने ने, इन्हां दी प्रैक्टिस करनी है, अभ्यास करना है, क्योंकि पेपर दे विच जिहड़ा सवाल इहो जिहा पुछया जा सकदा है, ठीक है स्टूडेंट्स। तो मिलते हैं फिर अगली वीडियो दे विच। तो ये वीडियो नूं लास्ट तक देखने लई बहुत धन्नवाद। ते इहदे विच कोई भी जिहड़ा डाउट होया किसी भी प्रकार दा, तुसीं कमेंट बॉक्स दे विच कमेंट करके दस सकदे हो, ठीक है। कोई भी प्रॉब्लम आती है मैं कोशिश करदा जिन्नियां भी क्वेरीज जां डाउट्स आंदियां ने उन्हां नूं क्लीयर करन दी। कुछ मेरे वस दे विच नहीं हुंदियां, बट काफ़ी हद तक जिन्ना भी हो सके वो जिवें बच्चों की स्टूडेंट्स की जिवें विद्यार्थियों की डिमांड या उन्होंने लोड़ होंदी है उस ढंग नाल वीडियो बनाने की कोशिश करता हाँ, ठीक है। सो मिलते हैं अगली वीडियो के, उदों तक सत श्री अकाल, थैंक यू सो मच।